ਲੁਧਿਆਣਾ 'ਚ ਵਿੰਨੀ ਮਹਾਜਨ ਵੱਲੋਂ ਪ੍ਰੈਸ ਕਾਨਫਰੰਸ। ਪੰਜਾਬ ਦੀ ਚੀਫ ਸੈਕਟਰੀ ਵਿੰਨੀ ਮਹਾਜਨ ਵੱਲੋਂ ਅੱਜ ਲੁਧਿਆਣਾ 'ਚ ਇੱਕ ਪ੍ਰੈਸ ਕਾਨਫਰੰਸ ਕਰਕੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਨੂੰ ਲੈ ਕੇ ਚੁੱਕੇ ਗਏ ਕਦਮਾਂ ਬਾਰੇ ਵਿਸਤਾਰ 'ਚ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਵਿੰਨੀ ਮਹਾਜਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਰੋਨਾ ਦੇ ਦੌਰਾਨ ਚੰਗਾ ਕੰਮ ਕੀਤਾ ਹੈ ਅਤੇ ਬਾਕੀ ਕਈ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ ਨਾ ਸਿਰਫ ਕੇਸ ਘਟ ਰਹੇ ਸਗੋਂ ਆਕਸੀਜਨ ਦਾ ਵੀ ਉਹਨਾਂ ਨੇ ਵੱਧ ਤੋਂ ਵੱਧ ਪ੍ਰਬੰਧ ਕਰਵਾਇਆ ਤਾਂ ਜੋ ਕਿਸੇ ਮਰੀਜ਼ ਦੀ ਆਕਸੀਜਨ ਦੀ ਕਮੀ ਦੇ ਨਾਲ ਜਾਨ ਨਾ ਜਾ ਸਕੇ। ਫਾਇਰ ਨਿਊਜ਼ ਲੁਧਿਆਣਾ ਤੋਂ ਟਿੰਕਾ ਦੀ ਰਿਪੋਰਟ। Ensure that there is no third wave in Punjab. That is why we are saying we will very carefully monitor. जिथे भी कोई positivity आती है, we will put in place necessary restrictions. The only way a third wave can really come is if there is some such mutation which has not yet happened, but one cannot rule out. If there is a mutation which does not respond to the current vaccination, then we have an issue. Otherwise, ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਹਿੰਦੁਸਤਾਨ ਵਿੱਚ ਔਰ ਪੰਜਾਬ ਦੇ ਵਿੱਚ ਵੀ ਕੋਵਿਡ ਦੀ ਕਾਫੀ ਭਿਅੰਕਰ ਦੂਸਰੀ ਲਹਿਰ ਆਈ ਸੀ। ਸਾਨੂੰ ਇਸ ਚੀਜ਼ ਤੇ ਫਖਰ ਹੈ ਕਿ ਹਾਲਾਂਕਿ ਕੇਸਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ, ਲੇਕਿਨ ਸਾਰਿਆਂ ਦੀ ਰਲੀ ਮਿਲੀ ਕੋਸ਼ਿਸ਼ ਦੇ ਨਾਲ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾ ਸਕਿਆ ਕਿ ਲੋਕਾਂ ਨੂੰ ਬੈਡਸ ਹੱਥੋਂ ਦਿੱਕਤ ਨਹੀਂ ਆਈ, ਹਰ ਇੱਕ ਦਾ ਇਲਾਜ ਹੋ ਸਕਿਆ, ਵੱਡੇ ਪੱਧਰ ਤੇ ਟੈਸਟਿੰਗ ਚੱਲਦੀ ਰਹੀ ਔਰ ਪ੍ਰੋਬਲਮ ਨੂੰ ਇਵੈਂਚੁਅਲੀ ਨੱਥ ਪਾ ਲਿਆ। ਲੇਕਿਨ ਹੁਣ ਪੂਰੀ ਅਸੀਂ ਇਸ ਚੀਜ਼ ਵੱਲ ਧਿਆਨ ਦੇਣਾ ਚਾਹੁੰਦੇ ਹਾਂ ਕਿ ਅਗਰ ਦੁਬਾਰਾ ਤੋਂ ਵਧੇ ਪ੍ਰੋਬਲਮ ਤਾਂ ਪੂਰੀ ਤਿਆਰੀ ਸਾਡੀ ਹੋਏ। ਸੈਕੰਡ ਵੇਵ 'ਚ ਦੇਖਿਆ ਗਿਆ ਸੀ ਕਿ ਆਕਸੀਜਨ ਦੀ ਪੂਰੇ ਭਾਰਤ ਵਿੱਚ ਪ੍ਰੋਬਲਮ ਆਈ ਸੀ। ਪੰਜਾਬ ਨੂੰ ਵੀ ਦੂਰ ਦਰਾੜ ਤੋਂ ਆਕਸੀਜਨ ਲਿਆਉਣੀ ਪਈ ਟੈਂਕਰਾਂ ਰਾਹੀਂ ਔਰ 에ਅਰਲਿਫਟ ਕਰਨੇ ਪਏ ਟੈਂਕਰਸ। ਸੋ ਉਸ ਦੇ ਚਲਦੇ ਵੱਡੀ ਗਿਣਤੀ ਵਿੱਚ PSA ਪਲਾਂਟਸ ਲੱਗ ਰਹੇ ਨੇ। ਆਕਸੀਜਨ ਦਾ ਹੋਰ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਦੀ ਕਮੀ ਨਾ ਰਹੇ। ਬੈਡਸ ਵਧਾਏ ਜਾ ਰਹੇ ਨੇ। ਖਾਸ ਤੌਰ ਤੇ ਕੁਝ ਮਾਹਰਾਂ ਨੂੰ ਇਹ ਲੱਗਿਆ ਸੀ, ਹਾਲਾਂਕਿ ਦੂਸਰੇ ਮਾਹਰ ਹੁਣ ਮਹਿਸੂਸ ਕਰਦੇ ਨੇ ਕਿ ਸ਼ਾਇਦ ਉਹ ਠੀਕ ਨਹੀਂ ਹੈ, ਲੇਕਿਨ ਇੱਕ ਖਦਸ਼ਾ ਸੀ ਕਿ ਸ਼ਾਇਦ ਬੱਚਿਆਂ ਦੇ ਉੱਪਰ ਜ਼ਿਆਦਾ ਅਸਰ ਪੈ ਸਕਦਾ ਹੈ ਕਿਉਂਕਿ ਬੱਚਿਆਂ ਦੀ ਹਲੇ ਵੈਕਸੀਨੇਸ਼ਨ ਨਹੀਂ ਕੋਈ ਅਪਰੂਵਡ ਹੈ। ਉਸ ਦੇ ਚਲਦੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਿਆਂ ਵਾਸਤੇ ਜੋ ਵੀ ਸਪੈਸ਼ਲ ਕੋਈ ਚਾਹੇ ਵੈਂਟੀਲੇਟਰ ਚਾਹੀਦੇ ਨੇ, ਚਾਹੇ ਦਵਾਈਆਂ ਚਾਹੀਦੀਆਂ ਨੇ, ਮੈਨ ਪਾਵਰ ਵੱਡੀ ਗਿਣਤੀ ਵਿੱਚ ਹਾਇਰ ਆਲਰੇਡੀ ਕੀਤੀ ਗਈ ਹੈ ਔਰ ਹੋਰ ਵੀ ਰਿਕਰੂਟਮੈਂਟਾਂ ਚੱਲ ਰਹੀਆਂ ਨੇ। ਸਾਡੀ ਕੋਸ਼ਿਸ਼ ਹੈ ਕਿ ਗਵਰਨਮੈਂਟ ਹਸਪੀਟਲਸ ਦੇ ਵਿੱਚ ਵੀ ਔਰ ਪ੍ਰਾਈਵੇਟ, ਜਿਵੇਂ ਕਿ ਲੁਧਿਆਣੇ 'ਚ ਬੜੇ ਚੰਗੇ ਪ੍ਰਾਈਵੇਟ ਮੈਡੀਕਲ ਕਾਲਜ ਹਸਪੀਟਲਸ ਔਰ ਦੂਸਰੇ ਨੇ। ਅੱਜ ਅਸੀਂ DMC 'ਚ ਜਦੋਂ ਗੱਲਬਾਤ ਕੀਤੀ, ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਘੱਟੋ ਘੱਟ 50 ਬੈੱਡ ਦੇ ਪੀਡੀਆਟ੍ਰਿਕ ICU ਔਰ ਨਿਊਨੇਟਲ ICU ਤਿਆਰ ਕਰਨ। ਇਸ ਦੇ ਨਾਲ ਹੀ ਸਰਕਾਰ ਆਪਣੇ ਸਿਵਲ ਹਸਪੀਟਲ ਵਿੱਚ ਵੀ ਪੀਡੀਆਟ੍ਰਿਕ ਕੇਅਰ ਨੂੰ ਵਧਾਵਾ ਦੇ ਰਹੀ ਹੈ। ਦਵਾਈਆਂ ਬਾਰੇ ਪੂਰਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਸੋ ਸਾਨੂੰ ਕੌਨਫੀਡੈਂਸ ਹੈ ਕਿ ਇਨਫਰਾਸਟ੍ਰਕਚਰ ਜੋ ਵੀ ਚਾਹੀਦਾ ਹੈ, ਜੋ ਵੀ ਮੈਨ ਪਾਵਰ ਚਾਹੀਦੀ ਹੈ, ਜੋ ਵੀ ਦਵਾਈਆਂ ਚਾਹੀਦੀਆਂ ਨੇ, ਉਹਨਾਂ ਵੱਲ ਪੂਰਾ ਤਵੱਜੋ ਦੇ ਕੇ ਹੈਲਥ ਔਰ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟਸ ਤਨਦੇਹੀ ਨਾਲ ਕੰਮ ਕਰ ਰਹੇ ਨੇ। ਇਸ ਤੋਂ ਇਲਾਵਾ ਇਸ ਚੀਜ਼ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਕੇਸਿਸ ਇੱਕ ਤਾਂ ਟੈਸਟਿੰਗ ਅੱਛੀ ਮਿਆਰ 'ਤੇ ਚੱਲਦੀ ਰਹੇ ਔਰ ਉਸ ਦਾ ਪੂਰਾ ਐਨਾਲਿਸਿਸ ਹੁੰਦਾ ਰਹੇ, ਜਿਹਦੇ ਵਾਸਤੇ ਅਸੀਂ ਆਪਣਾ ਅਪਗ੍ਰੇਡ ਕੀਤਾ ਹੈ। ਸਾਡੀ ਕੋਵਾ ਐਪ ਹੈ ਪੰਜਾਬ ਦੀ, ਉਸ ਨੂੰ ਅਪਗ੍ਰੇਡ ਕੀਤਾ ਹੈ ਔਰ ਡੇਟਾ ਐਨਾਲਿਸਿਸ ਹੋਰ ਡਿਟੇਲ 'ਚ GIS ਬੇਸ ਕਰਕੇ ਦੇਖ ਰਹੇ ਹਾਂ ਕਿ ਕਿੱਥੋਂ ਪੋਜ਼ਿਟਿਵਿਟੀ ਆ ਰਹੀ ਹੈ, ਉਹਦਾ ਤੁਰੰਤ ਪਤਾ ਲੱਗ ਸਕੇ ਔਰ ਉਸ ਦਾ ਪਤਾ ਲੱਗਣ ਤੇ ਫੌਰਨ ਮਾਈਕਰੋ ਲੈਵਲ ਤੇ ਕੰਟੇਨਮੈਂਟ ਐਫਰਟਸ ਕਰਕੇ ਉਸ ਨੂੰ ਉੱਥੇ ਹੀ ਰੋਕ ਲਿਆ ਜਾਵੇ। ਅਸੀਂ ਪੂਰੇ ਤਿਆਰ ਹਾਂ ਕਿ ਜੋ ਵੀ ਰਿਸਟ੍ਰਿਕਸ਼ਨਸ ਲਗਾਉਣ ਦੀ ਲੋੜ ਪਏਗੀ ਉਹ ਤੁਰੰਤ ਲਗਾ ਦਿੱਤੀਆਂ ਜਾਣਗੀਆਂ ਤਾਂ ਕਿ ਥਰਡ ਵੇਵ ਨਾ ਆਏ। ਔਰ ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਵਿੱਚ ਥਰਡ ਵੇਵ ਨਹੀਂ ਆਏਗੀ, ਬਸ਼ਰਤੇ ਕਿ ਕੋਈ ਇਹੋ ਜਿਹਾ ਬਹੁਤ ਹੀ ਮਾੜਾ ਮਿਊਟੇਸ਼ਨ ਕੋਈ ਵਾਇਰਸ ਦਾ ਨਾ ਹੋ ਜਾਏ ਜਿਹੜਾ ਕਿ ਜਿਹਦੇ ਕਰਕੇ ਵੈਕਸੀਨ ਇਨਫੈਕਟਿਵ ਹੋ ਜਾਏ। ਵੈਕਸੀਨੇਸ਼ਨ ਵਧਾਉਣ ਦੇ ਵੀ ਪੂਰੇ ਉਪਰਾਲੇ ਚੱਲ ਰਹੇ ਨੇ। ਅੱਜ ਦੀ ਡੇਟ 'ਚ ਸਾਨੂੰ ਸਿਰਫ ਸਪਲਾਈ ਸਾਈਡ ਦਾ ਕਨਸਟ੍ਰੇਂਟ ਹੈ। ਜਿੰਨੀ ਵੀ ਵੈਕਸੀਨ ਆਉਂਦੀ ਹੈ ਤਕਰੀਬਨ ਅਗਲੇ ਦਿਨ ਸਾਰੀ ਦੀ ਸਾਰੀ ਯੂਜ਼ ਹੋ ਜਾਂਦੀ ਹੈ। ਡਿਮਾਂਡ ਵੀ ਹੈ ਔਰ ਵੈਕਸੀਨ ਦੇਣ ਦੇ ਪੂਰੇ ਉਪਰਾਲੇ ਵੀ ਨੇ। ਕੇਂਦਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਰਹਿੰਦੇ ਹਾਂ ਕਿ ਸਾਨੂੰ ਵੈਕਸੀਨ ਵਧਾਈ ਜਾਵੇ ਔਰ ਸਾਨੂੰ
ਇਹ ਯਕੀਨ ਦਿੱਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੈਕਸੀਨ ਉਪਲਬਧ ਹੋਵੇਗੀ। ਸੋ ਜਿਵੇਂ ਜ਼ਿਆਦਾ ਵੈਕਸੀਨ ਲੱਗੇਗੀ, ਜਿਵੇਂ ਲੁਧਿਆਣੇ ਨੇ ਵੈਕਸੀਨੇਸ਼ਨ ਬੜੀ ਅੱਛੀ ਕਰਾਈ ਹੈ ਤੇ ਆਲਮੋਸਟ 45% ਪੋਪੂਲੇਸ਼ਨ ਆਲਰੇਡੀ ਵੈਕਸੀਨੇਟਡ ਹੈ। ਇਨਫੈਕਟ ਜਿਹੜੀ ਐਲੀਜੀਬਲ ਪੋਪੂਲੇਸ਼ਨ ਹੈ ਓਵਰ 18 ਇਅਰਸ, ਉਹ ਤਾਂ ਆਲਮੋਸਟ ਹੁਣ 2/3 ਵੈਕਸੀਨੇਸ਼ਨ ਵੱਲ ਪਹੁੰਚ ਰਹੀ ਹੈ। ਲੇਕਿਨ ਸਾਡਾ ਟਾਰਗੇਟ ਹੋਣਾ ਚਾਹੀਦਾ ਹੈ ਕਿ ਹਰ ਐਲੀਜੀਬਲ ਵਿਅਕਤੀ ਵੈਕਸੀਨੇਟਡ ਹੋਵੇ ਐਂਡ ਉਸ ਦੇ ਚੱਲਦੇ ਸਾਨੂੰ ਉਮੀਦ ਹੈ ਕਿ ਅਨਲੈਸ ਵੇਰੀਐਂਟ ਕੋਈ ਬਹੁਤ ਖਤਰਨਾਕ ਆ ਜਾਏ ਤਾਂ ਅਸੀਂ ਪ੍ਰੀਵੈਂਟ ਕਰ ਲਾਂਗੇ ਥਰਡ ਵੇਵ। ਵੈਕਸੀਨੇਸ਼ਨ ਦੇ ਬੱਚਿਆਂ ਦੀ ਆਈ ਜੀ ਤੁਹਾਨੂੰ ਕਹਿੰਦੇ ਸਕੂਲ ਖੁੱਲ੍ਹਣ ਦੇ ਨਾਲ ਥੋੜਾ ਹੈ ਚੈਲੰਜਸ ਹੈ ਦਾ ਪ੍ਰਾਇਮਰੀ ਸੈਕਸ਼ਨ ਖੁੱਲ੍ਹਣਾ ਖਾਸ ਦੇ ਬੱਚੇ ਛੋਟੇ ਬੱਚਿਆਂ ਦਾ। ਇਹ ਵੀ ਮਾਹਰਾਂ ਨੇ ਇਸ ਚੀਜ਼ ਨੂੰ ਪਿਛਲੇ 1.5 ਸਾਲ ਤੋਂ ਸਟੱਡੀ ਕੀਤਾ ਹੈ ਔਰ ਇੱਕ ਇਹ ਵਿਊ ਆ ਰਿਹਾ ਹੈ ਕਿ ਛੋਟੇ ਬੱਚਿਆਂ ਨੂੰ ਕੋਵਿਡ ਤੋਂ ਖਤਰਾ ਨਹੀਂ ਹੈ। ਉਹਨਾਂ ਦੇ ਜੋ ਬਾਡੀ ਦਾ ਨੈਚੁਰਲ ਸਿਸਟਮ ਹੈ ਉਹ ਵਾਇਰਸ ਨੂੰ ਪ੍ਰੀਵੈਂਟ ਕਰ ਦਿੰਦਾ ਹੈ ਉਹਨਾਂ ਦੇ ਮਾੜਾ ਅਸਰ ਕਰਨ 'ਤੇ। ਸੋ ਇੱਕ ਇਹ ਵਿਊ ਹੈ ਕਿ ਪ੍ਰਾਇਮਰੀ ਕਲਾਸਿਸ ਖੋਲ੍ਹਣ ਨਾਲ ਕੋਈ ਦਿੱਕਤ ਨਹੀਂ ਹੈ। ਸਾਡੇ ਬੱਚੇ ਬਹੁਤ ਦੇਰ ਤੋਂ ਘਰਾਂ ਦੇ ਵਿੱਚ ਬੰਦ ਰਹੇ ਨੇ, ਉਹਨਾਂ ਦਾ ਹਰ ਕਿਸਮ ਦਾ ਵਿਕਾਸ ਜ਼ਰੂਰੀ ਹੈ ਔਰ ਉਹਦੇ ਲਈ ਸਕੂਲਾਂ ਵਿੱਚ ਆਉਣਾ ਲਾਹੇਵੰਦ ਹੈ। ਇਸ ਚੀਜ਼ ਨੂੰ ਸੋਚ ਕੇ ਸਰਕਾਰ ਨੇ ਸਕੂਲ ਖੋਲ੍ਹੇ ਨੇ, ਲੇਕਿਨ ਉਹਦੇ ਵਿੱਚ ਸਟ੍ਰਿਕਟ ਕੋਵਿਡ ਪ੍ਰੋਟੋਕਾਲ ਫੋਲੋ ਕਰਨ ਲਈ ਕਿਹਾ ਗਿਆ ਹੈ ਔਰ ਇਹ ਵੀ ਨਾਲ ਹੀ ਕਿਹਾ ਗਿਆ ਹੈ ਕਿ ਜਿਹੜੇ ਵੀ ਉੱਥੇ ਟੀਚਿੰਗ ਨਾਨ ਟੀਚਿੰਗ ਸਟਾਫ ਆਉਣ ਉਹ ਫੁੱਲੀ ਵੈਕਸੀਨੇਟਡ ਹੋਣ। ਇਸ ਤੋਂ ਇਲਾਵਾ ਅਸੀਂ ਸਕੂਲ ਐਜੂਕੇਸ਼ਨ ਮਹਿਕਮੇ ਨੂੰ ਔਰ ਆਪਣੇ ਹੈਲਥ ਡਿਪਾਰਟਮੈਂਟ ਨੂੰ ਕਹਿ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਉਚੇਚਾ ਧਿਆਨ ਦੇ ਕੇ ਡੇਲੀ ਬੇਸਿਸ ਤੇ ਘੱਟੋ ਘੱਟ 10,000 ਸੈਂਪਲ ਪੰਜਾਬ ਭਰ ਦੇ ਵਿੱਚ ਸਕੂਲਾਂ ਤੋਂ ਲਏ ਜਾਣ ਤਾਂ ਕਿ ਅਗਰ ਕਿਤੇ ਕੋਈ ਪੋਜ਼ਿਟਿਵਿਟੀ ਮਿਲਦੀ ਹੈ ਤਾਂ ਤੁਰੰਤ ਉਹਦਾ ਪਤਾ ਲੱਗ ਕੇ ਤੁਰੰਤ ਉਸ 'ਤੇ ਕਾਰਵਾਈ ਹੋ ਸਕੇ। ਮਿਊਟੇਸ਼ਨ ਚੈੱਕ ਕਰਨ ਲਈ ਪੰਜਾਬ 'ਚ ਵੀ ਜੀਨੋਮ ਸੀਕੁਐਂਸਿੰਗ ਆਪਾਂ ਸ਼ੁਰੂ ਕਰ ਰਹੇ ਵੀ ਜਲਦੀ ਪਤਾ ਲੱਗ ਜਾਵੇ। ਇਸ ਵੇਲੇ ਮਿਊਟੇਸ਼ਨ ਚੈੱਕ ਕਰਨ ਲਈ ਹੋਲ ਜੀਨੋਮ ਸੀਕੁਐਂਸਿੰਗ ਜੋ ਹੁੰਦੀ ਹੈ ਇਸ ਵੇਲੇ ਸਾਨੂੰ ਬਾਹਰਲੀ ਗਵਰਨਮੈਂਟ ਆਫ ਇੰਡੀਆ ਦੀ ਲੈਬਸ ਨੂੰ ਦੇਣਾ ਪੈਂਦਾ ਹੈ, ਲੇਕਿਨ ਅਸੀਂ ਆਪਣਾ ਇੰਤਜ਼ਾਮ ਕੀਤਾ ਹੈ। ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਦੇ ਵਿੱਚ ਸਾਡਾ ਇਕਵਿਪਮੈਂਟ ਪਹੁੰਚ ਗਿਆ ਹੈ, ਟ੍ਰੇਨਿੰਗ ਹੋ ਗਈ ਹੈ, ਪਾਇਲਟ ਟੈਸਟਿੰਗ ਚੱਲ ਰਹੀ ਹੈ। ਮੈਨੂੰ ਆਸ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਰੈਗੂਲਰ ਬੇਸਿਸ ਤੇ ਆਲਰੇਡੀ ਸੈਂਪਲ ਟੈਸਟ ਕਰ ਲਏ ਨੇ, ਡੈਲਟਾ ਵੇਰੀਐਂਟ ਦੇ ਸੈਂਪਲ ਮਿਲੇ। ਡੀਐਮਸੀ ਦੇ ਵਿੱਚ ਕਹਿ ਰਹੇ ਸੀਗੇ ਵੀ ਅੱਗੇ ਸਾਨੂੰ ਇੱਕ ਪ੍ਰੋਬਲਮ ਸੀ ਕਿ ਮੈਮ ਕਿ ਯੂਕੇ ਵੇਰੀਐਂਟ ਹੈ ਮੈਮ ਨਾਓ ਵੀ ਆਰ ਸਸਪੈਕਟਿੰਗ ਆਫ ਕਿ ਹਾਂਜੀ ਕਿ ਇੱਥੇ ਦੇ ਕਿ ਇਟ ਕੈਨ ਪੈਨੀਟ੍ਰੇਟ ਦਿਸ ਸਮ ਮਿਊਟੇਸ਼ਨ ਕੋਡ ਪੈਨੀਟ੍ਰੇਟ which for which we are thinking ਕਿ ਹਾਂਜੀ ਥਰਡ ਵੇਵ ਇੰਕਰੀਜ਼ ਕਰ ਸਕਦੀ ਹੈ। ਕੀ ਤੁਸੀਂ ਕਹਿ ਰਹੇ ਹੋ ਜੋ ਪੰਜਾਬ ਦੀ ਅਸੀਂ ਐਂਡ ਆਈ ਮਸਟ ਟੈਲ ਯੂ ਕਿ ਪੰਜਾਬ ਇੱਕ ਸਟੇਟ ਹੈ ਜਿਸਨੇ ਰੈਗੂਲਰਲੀ ਔਰ ਬੜੇ ਹਾਈ ਲੈਵਲ ਤੇ ਜੀਨੋਮ ਸੀਕੁਐਂਸ ਕਰਵਾਈ and we kept sending our samples regularly, we kept following up with the labs for getting reports. So it is very clear ਕਿ ਪੰਜਾਬ ਦੇ ਵਿੱਚ ਮਾਰਚ ਮਹੀਨੇ 'ਚ UK ਵੇਰੀਐਂਟ ਡੋਮੀਨੈਂਟ ਸੀਗਾ, ਬੜਾ clear dominance ਸੀ, ਮਤਲਬ almost all of the variant of concern was UK variant. April onwards it converted half. May onwards the Delta variant has been clearly predominant. ਹੁਣ UK variant almost ਖਤਮ ਹੋ ਚੁੱਕਿਆ ਹੈ। Delta variant we have found ਕਿ ਇਹਦਾ ਵੈਕਸੀਨ ਇਸ ਤੇ ਅਗੇਂਸਟ ਇਫੈਕਟਿਵ ਹੈ। ਸੋ ਡੈਲਟਾ ਵੇਰੀਐਂਟ ਦਾ ਕੋਈ ਐਸਾ ਮਾੜਾ ਪ੍ਰਭਾਵ ਨਹੀਂ ਹੋਇਆ, although it is widely believed ਕਿ ਸੈਕੰਡ ਵੇਵ ਜੋ ਆਈ, ਤਾਂ ਦੋ ਹੀ ਕੇਸ ਆਏ ਨੇ ਨਾ ਜੋ ਸੈਕੰਡ ਵੇਵ ਆਈ ਉਹ ਡੈਲਟਾ ਵੇਰੀਐਂਟ ਕਰਕੇ ਆਈ। there is a further variant ਜਿਹਦੇ 2 ਕੇਸਿਸ ਜੂਨ ਦੇ ਸੈਂਪਲਸ 'ਚ ਆਏ ਸੀ, ਉਸ ਤੋਂ ਬਾਅਦ ਉਸ 'ਚ ਨਹੀਂ ਆਏ ਨੇ ਜੋ ਡੈਲਟਾ ਦੀ ਅੱਗੇ ਜੋ ਤੁਸੀਂ ਡੀਐਮਸੀ 'ਚ ਦੱਸ ਰਹੇ ਸੀਗੇ ਵੀ ਸੀਐਫਆਰ ਪੰਜਾਬ ਦੀ ਵੱਧ ਹੋਣ ਦੀ ਕੀ ਵਜ੍ਹਾ ਹੈ ਵੀ ਰਿਪੋਰਟਿੰਗ ਹੋਈ। ਸੋ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਨਾਲੋਂ ਟੋਟਲ ਕੇਸਿਸ ਹਮੇਸ਼ਾ ਹੀ ਘਟ ਰਹੇ ਨੇ। ਅਗਰ ਕੇਸਿਸ ਘੱਟ ਹੋਣ, CFR is defined as number of cases divided by number of deaths. ਅਗਰ ਕੇਸਿਸ ਘੱਟ ਹੋਣ ਤਾਂ ਸੇਮ ਨੰਬਰ ਆਫ ਡੈਥਸ CFR goes up. ਸੋ ਇਸ ਕੋਵਿਡ ਨੂੰ ਜਾਂ ਵੈਸੇ ਵੀ ਜੋ ਮੈਡੀਕਲ ਐਕਸਪਰਟਸ ਨੇ ਦੇ ਸੇ ਕਿ CFR is not a good indicator. The proper indicator is deaths per million population. If we compare, and we have been therefore regularly comparing, we do see CFR also, but we see the deaths per million.
Deaths per million in Punjab is almost and consistently has been about 1/3 of the deaths per million in Delhi. About half, more than less than half of the deaths per million in Maharashtra. Karnataka also has deaths per million, which are more. So it is not as though Punjab ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਨੇ, but yes, we were higher than the all India average. ਵੀ ਸਾਡੇ ਇੱਥੇ But now, as you know, people have been looking at the overall increase in deaths. There's a reported deaths and there is a increase in deaths based on projections done on the basis of the civil registration system. I believe Punjab is the first state which has actually done this at an official level, and we have declared our results. In other states, journalists and others have done it based on RTI etc. information of the CRS. The information has been now presented publicly in media of many states, including Kerala, Tamil Nadu, Andhra, Telangana, Madhya Pradesh, etc., Haryana. All these reports show that Punjab de which the excess deaths are lower than in all the other states reported, and lower by a wide margin. ਇਹ ਵੀ ਇੱਕ ਵਜ੍ਹਾ ਹੈ ਵੀ ਆਪਾਂ ਨੂੰ ਪੰਜਾਬ ਦੇ ਡੈਥ ਟੋਲ ਨੂੰ ਰਿਵਾਈਜ਼ ਕਰਨ ਦੀ ਲੋੜ ਨਹੀਂ ਪਈ ਦੂਜੀ ਸਟੇਟ ਦੀ ਤਰ੍ਹਾਂ So basically जो overall deaths ने पंजाब ਦੇ ਵਿੱਚ ज़्यादा COVID ਦਾ impact on deaths नहीं है, that is now clear. We have clearly reported better, and I'm not casting any aspersions on anyone, but Punjab has reported relatively better. Therefore, it appeared as though we have higher deaths per million, but the outcome is that we have much lower level of the extra mortality. Talking about Punjab, the broad daylight shootings, murders are going on. Recently, today examples of in Mohali, Kimudi Kheda is killed by 2 persons. So what's going on in Punjab? How can police curb this? Because the government is saying that we are trying our best to make it a crime-free state, but how can it be? If a broad daylight shootings are going on, murders are going on, then how can you curb it? I think the police officers here will want to step in, but I understand that they are making all efforts to control crime, both by targeting the known criminals, the known gangsters. There has been very effective action against gangsterism everywhere. Gangsters in jails, gangsters outside jails. We are also aware that there is a hostile neighbor that does try to foment trouble in the state, and there is a lot of action and prevention that is taking place. I must point out to you that crime is one thing where prevention does not make news. So all the crime which is prevented is often not even known. It is only something which happens, which cannot be prevented, which gets known. Madam. On the whole, perhaps the statistics will show and the public sentiment will also show that the crime situation is under control with very effective policing taking place at all levels. Madam, Halwara airport का केस है,